हाँ जी संगत जी, वाहिगुरु जी का खालसा वाहिगुरु जी की फतेह। लड़ी ਨੂੰ ਜੋੜਨ ਵਾਸਤੇ ਸਾਡੀ ਪਿਛਲੀ ਵੀਡੀਓ ਜ਼ਰੂਰ ਸੁਣਿਓ ਜੀ। ਕਿਰਪਾਲ ਚੰਦ ਦੇ ਖਿਲਾਫ ਭੀਮ ਚੰਦ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਥ ਦੇਣ ਦਾ ਫੈਸਲਾ ਲਿਆ। ਰਾਜਾ ਭੀਮ ਚੰਦ ਦੇ ਨਾਲ ਉਸ ਦੇ ਸਹਾਈ ਦੂਸਰੇ ਇਹ ਰਾਜੇ ਸਨ ਰਾਮ ਸਿੰਘ ਜਸਵਾਲੀਆ। ਇਸ ਦੀ ਰਾਜਧਾਨੀ ਜਸਵਾਲ ਸੀ ਅਤੇ ਇਹ ਕਟੋਚ ਰਾਜਪੂਤਾਂ ਦੀ ਇੱਕ ਸ਼ਾਖ ਹੈ। ਪ੍ਰਿਥਵੀ ਚੰਦ ਡਡਵਾਲੀਆ ਇਸ ਦੀ ਰਾਜਧਾਨੀ ਦਾਤਾਰਪੁਰ ਸੀ। ਇਹ ਰਾਜਪੂਤਾਂ ਦੀ ਇੱਕ ਸ਼ਾਖ ਹੈ। ਸੁਖਦੇਵ ਜਸਰੋਟੀਆ ਇਸ ਦੀ ਰਾਜਧਾਨੀ ਜਸਰੋਟਾ ਸੀ। ਇਹ ਜਸਵਾਲ ਰਾਜਪੂਤਾਂ ਦੀ ਇੱਕ ਸ਼ਾਖ ਹੈ। ਭੀਮ ਚੰਦ ਇਹਨਾਂ ਰਾਜਿਆਂ ਅਤੇ ਇਹਨਾਂ ਦੀ ਸੈਨਾ ਸਹਿਤ ਚੜ੍ਹਾਈ ਕਰਕੇ ਨਾਦੌਣ ਪੁੱਜ ਗਿਆ। ਰਾਜਾ ਕਿਰਪਾਲ ਚੰਦ ਨਾਦੌਣ ਨਵਰਸ ਨਾਮ ਦੀ ਉੱਚੀ ਪਹਾੜੀ ਉੱਤੇ ਲੱਕੜਾਂ ਨਾਲ ਕਿਲੇ ਵਰਗਾ ਵਾੜਾ ਬਣਾ ਕੇ ਉਸ ਵਿੱਚ ਫੌਜ ਲੈ ਕੇ ਬੈਠਾ ਹੋਇਆ ਸੀ। ਜਦ ਭੀਮ ਚੰਦ ਦੀ ਫੌਜ ਸਾਹਮਣੇ ਹੋਈ ਤਾਂ ਵਾੜੇ ਦੇ ਅੰਦਰੋਂ ਤੇ ਬਾਹਰੋਂ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲਣ ਲੱਗ ਪਈਆਂ ਅਤੇ ਮਾਰੋ ਮਾਰ ਹੋਣ ਲੱਗੀ। ਪਰ ਇਹਨਾਂ ਦੀ ਰਾਜਾ ਕਿਰਪਾਲ ਚੰਦ ਅਲਫ ਖਾਂ ਦੇ ਹਮਾਇਤੀ ਨੇ ਕੋਈ ਪੇਸ਼ ਨਾ ਜਾਣ ਦਿੱਤੀ, ਸਭ ਨੂੰ ਮਾਰ ਕੇ ਪਿੱਛੇ ਹਟਾ ਦਿੱਤਾ। ਜਦੋਂ ਭੀਮ ਚੰਦ ਦੀ ਕਿਰਪਾਲ ਚੰਦ ਅੱਗੇ ਕੋਈ ਪੇਸ਼ ਨਾ ਗਈ ਤਾਂ ਉਸਨੇ ਸ਼ੀਘਰ ਹੀ ਇੱਕ ਸਵਾਰ ਨੂੰ ਸਤਿਗੁਰੂ ਜੀ ਦੇ ਪਾਸ ਭੇਜ ਕੇ ਬੇਨਤੀ ਕੀਤੀ ਕਿ ਛੇਤੀ ਹੀ ਸਹਾਈ ਹੋਵੋ। ਵੈਰੀ ਉੱਚੇ ਥਾਂ ਕਾਠ ਕਿਲੇ 'ਚ ਹੋਣ ਕਰਕੇ ਸਾਡੇ ਕਾਬੂ ਨਹੀਂ ਆਉਂਦਾ। ਸਾਡੇ ਆਦਮੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਯਥਾ ਉਕਤ ਜਦ ਸਵਾਰ ਨੇ ਗੁਰੂ ਜੀ ਪਾਸ ਪੁੱਜ ਕੇ ਭੀਮ ਚੰਦ ਵੱਲੋਂ ਬੇਨਤੀ ਕੀਤੀ ਤਾਂ ਆਪ ਜੀ ਛੇਤੀ ਹੀ ਘੋੜ ਸਵਾਰ ਹੋ ਕੇ ਯੁੱਧ ਭੂਮੀ ਵਿੱਚ ਪੁੱਜ ਗਏ। ਸਤਿਗੁਰੂ ਜੀ ਨੇ ਅੱਗੇ ਹੋ ਕੇ ਪਹਾੜੀ ਸੈਨਾ ਨੂੰ ਲਲਕਾਰਿਆ ਅਤੇ ਵਾੜ ਦੇ ਸਾਹਮਣੇ ਹੋ ਕੇ ਸਿੰਘਾਂ ਪਾਸੋਂ ਹੱਲਾ ਕਰ ਦਿੱਤਾ। ਦੋਹਾਂ ਪਾਸਿਆਂ ਤੋਂ ਤੜਾ ਤੜ ਗੋਲੀ ਚੱਲਣ ਲੱਗ ਪਈ ਅਤੇ ਜਵਾਨ ਫੱਟੜ ਹੋ ਕੇ ਡਿੱਗਣ ਲੱਗੇ। ਧਰਤੀ ਲਹੂ ਨਾਲ ਲਾਲ ਹੋ ਗਈ। ਫਿਰ ਬਰਸ਼ਿਆਂ ਤੇ ਤੀਰਾਂ ਨਾਲ ਲੜਾਈ ਹੋਣ ਲੱਗੀ। ਗੁਰੂ ਜੀ ਨੇ ਸੂਰਮਿਆਂ ਵਿੱਚ ਐਸਾ ਜੋਸ਼ ਭਰਿਆ ਕਿ ਕਿਲੇ ਤੋਂ ਬਾਹਰ ਜਿਹੜੀ ਕਿਰਪਾਲ ਚੰਦ ਤੇ ਅਲਫ ਖਾਂ ਦੀ ਫੌਜ ਲੜ ਰਹੀ ਸੀ ਉਹ ਭੱਜ ਉੱਠੀ, ਲੋਥ ਤੇ ਲੋਥ ਚੜ ਗਈ। ਇਸ ਦਾ ਵਰਣਨ ਸਤਿਗੁਰੂ ਜੀ ਨੇ ਬਚਿੱਤਰ ਨਾਟਕ ਵਿੱਚ ਵੀ ਕੀਤਾ ਹੈ। ਜਦ ਕਿਰਪਾਲ ਚੰਦ ਦੇ ਕਿਲੇ ਦੇ ਬਾਹਰਲੇ ਸੈਨਿਕ ਬਹੁਤ ਸਾਰੇ ਮਾਰੇ ਗਏ ਅਤੇ ਕੁਝ ਭੱਜ ਗਏ ਤਾਂ ਆਪਣੀ ਹਾਰ ਹੁੰਦੀ ਵੇਖ ਕੇ ਉਹਨਾਂ ਨੇ ਕਿਲੇ ਦੇ ਅੰਦਰ ਸਲਾਹ ਕੀਤੀ ਕਿ ਇਸ ਤਰ੍ਹਾਂ ਅੰਦਰ ਘੇਰੇ 'ਚ ਆਣ ਕੇ ਮਰਨ ਨਾਲੋਂ ਬਾਹਰ ਨਿਕਲ ਕੇ ਬਲ ਧਾਰ ਲੜਨਾ ਚਾਹੀਦਾ ਹੈ। ਰਾਜਾ ਦਿਆਲ ਚੰਦ ਬਿਜੜਵਾਲੀਏ ਨੇ ਕਿਰਪਾਲ ਚੰਦ ਕਟੋਚੀਏ ਨੂੰ ਆਖਿਆ ਕਿ ਭੀਮ ਚੰਦ ਨੇ ਆਪਣੀ ਸਹਾਇਤਾ ਵਾਸਤੇ ਗੁਰੂ ਜੀ ਨੂੰ ਨਾਲ ਲੈ ਕੇ ਸਾਡੇ ਕਿਲੇ ਨੂੰ ਘੇਰਾ ਪਾਇਆ ਹੋਇਆ ਹੈ। ਜੇਕਰ ਭੀਮ ਚੰਦ ਨੇ ਹੁਣ ਸਾਨੂੰ ਜਿੱਤ ਲਿਆ ਤਾਂ ਸਾਰੇ ਰਾਜੇ ਮਖੌਲ ਕਰਨਗੇ। ਇਸ ਵਾਸਤੇ ਦੋਹਾਂ ਨੂੰ ਇਕਮੁੱਠ ਹੋ ਕੇ ਭੀਮ ਚੰਦ ਉੱਤੇ ਪੈ ਜਾਣਾ ਚਾਹੀਦਾ ਹੈ। ਦੋਹਾਂ ਨੇ ਇਹ ਮਤਾ ਕਰਕੇ ਆਪਣੇ ਵੀਰਾਂ ਨੂੰ ਲਲਕਾਰ ਕੇ ਬੰਦੂਕਾਂ, ਤੀਰਾਂ ਅਤੇ ਨੇਜ਼ਿਆਂ ਭਾਲਿਆਂ ਨਾਲ ਵਾੜੇ ਤੋਂ ਬਾਹਰ ਨਿਕਲ ਕੇ ਮਾਰੋ ਮਾਰ ਕਰਕੇ ਬੜਾ ਜ਼ੋਰ ਦਾ ਹੱਲਾ ਬੋਲ ਦਿੱਤਾ। ਯੁੱਧ ਦੇ ਵੀਰਾਂ ਨੂੰ ਜੋਸ਼ ਦੇਣ ਵਾਸਤੇ ਵਾਜੇ, ਢੋਲ, ਧੌਂਸੇ ਅਤੇ ਨਫੀਰੀਆਂ ਆਦਿਕ ਮਾਰੂ ਰਾਗ ਦੇ ਸਾਜ਼ ਜ਼ੋਰੋ ਜ਼ੋਰ ਵੱਜਣ ਲੱਗੇ। ਦੋਹਾਂ ਪਾਸਿਆਂ ਤੋਂ ਬੜੀ ਕਟਾਵਟ ਹੋਈ ਅਤੇ ਅਨੇਕਾਂ ਸੂਰਮੇ ਯੁੱਧ ਭੂਮੀ ਵਿੱਚ ਲੇਟ ਗਏ। ਲਹੂ ਦੀਆਂ ਨਦੀਆਂ ਚੱਲ ਪਈਆਂ, ਧਰਤੀ ਲਾਲ ਹੋ ਗਈ। ਇਸ ਹਲਾਹੂਲ ਤੇ ਕਟਾਵੱਡ ਵਿੱਚ ਬਿਜਲਵਾੜੀਏ ਦਿਆਲ ਨੇ ਕਿਰਪਾਲ ਕਟੋਚੀਏ ਨੂੰ ਲਲਕਾਰਿਆ ਕਿ ਸਾਰੇ ਯੋਧੇ ਇਕਮੁੱਠ ਹੋ ਕੇ ਵੈਰੀ ਉੱਤੇ ਪੈ ਜਾਓ। ਜਦ ਆਮੋ ਸਾਹਮਣੇ ਹੋ ਕੇ ਬੜਾ ਜ਼ੋਰ ਦਾ ਯੁੱਧ ਹੋਣ ਲੱਗਾ ਤਾਂ ਪ੍ਰਿਥੀ ਚੰਦ ਡਡਵਾਲੀਏ ਨੇ ਬੜੀ ਬਹਾਦਰੀ ਨਾਲ ਵਾਰ ਕਰਕੇ ਵੈਰੀਆਂ ਨੂੰ ਅੱਗੇ ਲਾ ਲਿਆ। ਜਦ ਕਿਰਪਾਲ ਚੰਦ ਕਟੋਚੀਏ ਦੇ ਪੈਰ ਹਿੱਲ ਗਏ ਤਾਂ ਦਿਆਲ ਬਿਜੜਵਾਲੀਏ ਨੇ ਅੱਗੇ ਹੋ ਕੇ ਸਾਰੇ ਯੋਧਿਆਂ ਨੂੰ ਲਲਕਾਰਾ ਮਾਰਿਆ ਕਿ ਭੱਜੇ ਕਿੱਥੇ ਜਾਂਦੇ ਹੋ, ਤਕੜੇ ਹੋ ਕੇ ਲੜੋ। ਦਿਆਲ ਸੂਰਮੇ ਨੂੰ ਇਸ ਤਰ੍ਹਾਂ ਅੜਿਆ ਵੇਖ ਕੇ ਭੀਮ ਚੰਦ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ, ਇਸ ਨੂੰ ਮਾਰ ਕੇ ਫਤਿਹ ਪ੍ਰਾਪਤ ਕਰਕੇ ਮੇਰੀ ਲਾਜ ਰੱਖੋ। ਜਿੱਤ ਹਾਰ ਤਾਂ ਤੁਹਾਡੇ ਜੁੰਮੇ ਹੀ ਲੱਗਣੀ ਹੈ। ਸਤਿਗੁਰੂ ਜੀ ਨੇ ਭੀਮ ਚੰਦ ਦੀ ਬੇਨਤੀ ਪ੍ਰਵਾਨ ਕਰਕੇ ਆਪਣੀ ਬੰਦੂਕ ਸੰਭਾਲੀ ਅਤੇ ਘੋੜੇ ਨੂੰ ਤੇਜ਼ ਕਰਕੇ ਦਿਆਲ ਦੇ ਸਾਹਮਣੇ ਜਾ ਕੇ ਉਸ ਨੂੰ ਲਲਕਾਰਿਆ ਕਿ ਤਕੜਾ ਹੋ ਜਾ, ਹੁਣ ਅਸੀਂ ਆ ਗਏ ਹਾਂ। ਗੁਰੂ ਜੀ ਦੀ ਲਲਕਾਰ ਸੁਣ ਕੇ ਦਿਆਲ ਨੇ ਬਹੁਤ ਤਿੱਖੇ ਬਾਣ ਚਲਾਏ ਪਰ ਗੁਰੂ ਜੀ ਨੇ ਕੋਈ ਵੀ ਲੱਗਣ ਨਾ ਦਿੱਤਾ। ਫਿਰ ਗੁਰੂ ਜੀ ਨੇ ਨਿਸ਼ਾਨਾ ਬੰਨ੍ਹ ਕੇ ਦਿਆਲ ਨੂੰ ਬੰਦੂਕ ਦੀ ਗੋਲੀ ਮਾਰੀ, ਜਿਸ ਨਾਲ ਉਹ ਬ੍ਰਿਛ ਦੇ ਟਾਹਣ ਵਾਂਗ ਘੋੜੇ ਤੋਂ ਡਿੱਗ ਕੇ ਦਮ ਤੋੜ ਗਿਆ। ਦਿਆਲ ਦੀ ਮੌਤ ਨਾਲ ਕਿਰਪਾਲ ਚੰਦ ਆਦਿ ਸਭ ਸੂਰਮਿਆਂ ਨੂੰ ਬੜਾ ਸ਼ੌਕ ਹੋਇਆ। ਦੁਸ਼ਮਣਾਂ ਦੇ ਹੌਸਲੇ ਢੱਠੇ ਵੇਖ ਕੇ ਭੀਮ ਚੰਦ ਦੇ ਸਾਥੀਆਂ ਨੇ ਇੱਕੋ ਵਾਰ ਗੋਲਿਆਂ, ਬੰਦੂਕਾਂ ਅਤੇ ਤੀਰ ਬਾਣਾਂ ਦੀ ਤੜਾ ਤੜ ਝੜੀ ਲਾ ਦਿੱਤੀ। ਸਤਿਗੁਰੂ ਜੀ ਨੇ ਜਦ ਵੇਖਿਆ ਕਿ ਕਿਰਪਾਲ ਚੰਦ ਅਤੇ ਅਲਫ ਖਾਂ ਦੇ ਕੁਝ ਸਾਥੀ ਅਜੇ ਵੀ ਲੜ ਰਹੇ ਹਨ ਤਾਂ ਆਪ ਜੀ ਨੇ ਬੰਦੂਕ ਰੱਖ ਕੇ ਧਨੁੱਖ ਬਾਣ
ਹੱਥ ਵਿੱਚ ਫੜ ਲਿਆ। ਫਿਰ ਘੋੜੇ ਨੂੰ ਤੇਜ਼ ਕਰਦੇ ਆਪ ਜੀ ਨੇ 4 ਤੀਰ ਸੱਜੇ ਹੱਥ ਅਤੇ 3 ਤੀਰ ਖੱਬੇ ਹੱਥ ਦੁਸ਼ਮਣਾਂ ਉੱਤੇ ਚਲਾਏ। ਗੁਰੂ ਜੀ ਕਥਨ ਕਰਦੇ ਹਨ ਕਿ ਪਤਾ ਨਹੀਂ ਇਹ 7 ਤੀਰ ਕਿਸੇ ਨੂੰ ਲੱਗੇ ਜਾਂ ਨਹੀਂ, ਪਰ ਵੈਰੀ ਦਲਾਂ ਵਿੱਚ ਇਹਨਾਂ ਤੀਰਾਂ ਨਾਲ ਭਾਂਜ ਪੈ ਗਈ। ਇਸ ਤਰ੍ਹਾਂ ਵੈਰੀ ਨੂੰ ਜਿੱਤ ਕੇ ਰਾਤ ਨੂੰ ਆਪਣੇ ਟਿਕਾਣੇ ਉੱਤੇ ਆਣ ਡੇਰਾ ਕੀਤਾ। ਉਹ ਵੈਰੀ ਨਦੀ ਤੋਂ ਪਾਰ ਜਾ ਕੇ ਟਿਕ ਗਏ। ਇਸ ਤਰ੍ਹਾਂ ਮੂੰਹ ਤੋੜ ਹਾਰ ਹੋਈ ਵੇਖ ਕੇ ਅਲਫ ਖਾਂ ਕਿਰਪਾਲ ਚੰਦ ਕਟੋਚੀਏ ਨਾਲ ਸਲਾਹ ਕਰਕੇ ਅੱਧੀ ਰਾਤ ਹਨੇਰੇ ਵਿੱਚ ਆਪਣੀ ਜਾਨ ਲੈ ਕੇ ਕੁਝ ਸਾਥੀਆਂ ਸਹਿਤ ਕਿਲੇ ਵਿੱਚੋਂ ਭੱਜ ਗਿਆ ਅਤੇ ਪਿੱਛੋਂ ਨਗਾਰਾ ਵਜਾਉਣ ਵਾਸਤੇ ਇੱਕ ਨਗਾਰਚੀ ਨੂੰ ਛੱਡ ਗਏ, ਜਿਸ ਨਾਲ ਦੂਜੇ ਵੈਰੀ ਨੂੰ ਇਹ ਭੁਲੇਖਾ ਲੱਗਾ ਰਹੇ ਕਿ ਸੈਨਾ ਅਜੇ ਕਿਲੇ ਵਿੱਚ ਕਾਇਮ ਹੈ। ਜਦ ਰਾਤ ਬੀਤ ਗਈ ਤਾਂ ਦਿਨ ਚੜ੍ਹਨ ਦੇ ਨਾਲ ਹੀ ਭੀਮ ਚੰਦ ਨੇ ਕਿਲੇ ਉੱਤੇ ਹੱਲਾ ਬੋਲ ਦਿੱਤਾ, ਪਰ ਜਦ ਕਿਲੇ ਨੂੰ ਵੇਖਿਆ ਤਾਂ ਪਤਾ ਲੱਗਾ ਕਿ ਅਲਫ ਖਾਂ ਆਦਿਕ ਆਪਣੀ ਸੈਨਾ ਸਹਿਤ ਰਾਤ ਦੇ ਹਨੇਰੇ ਵਿੱਚ ਕਿਲਾ ਖਾਲੀ ਕਰਕੇ ਭੱਜ ਚੁੱਕੇ ਹਨ। ਗੁਰੂ ਜੀ ਕਥਨ ਕਰਦੇ ਹਨ, ਅਸੀਂ ਇਸ ਦੇ ਪਿੱਛੋਂ ਵੀ 8 ਦਿਨ ਹੋਰ ਉਸ ਨਦੀ ਦੇ ਕਿਨਾਰੇ ਟਿਕ ਕੇ ਉਸ ਇਲਾਕੇ ਅਤੇ ਨਾਦੌਣ ਸ਼ਹਿਰ ਦੀ ਸੁੰਦਰਤਾ ਨੂੰ ਵੇਖਦੇ ਰਹੇ। ਫਿਰ ਅਸੀਂ ਘਰ ਨੂੰ ਆ ਗਏ ਅਤੇ ਉਹ ਭੀਮ ਚੰਦ ਆਦਿਕ ਕਿਰਪਾਲ ਚੰਦ ਨਾਲ ਸੁਲ੍ਹਾ ਕਰਨ ਵਾਸਤੇ ਕਾਂਗੜੇ ਵੱਲ ਚੱਲ ਗਏ। ਇਸ ਤਰ੍ਹਾਂ ਇਹ ਜੰਗ ਸਮਾਪਤ ਹੋਇਆ। ਜਿੱਥੇ ਵੀ 22 ਧਾਰ ਦੇ ਰਾਜੇ ਇਕੱਠੇ ਹੁੰਦੇ ਜਾਂ ਕਿਤੇ ਯੁੱਧ ਵਾਰਤਾ ਦਾ ਵਰਣਨ ਹੁੰਦਾ ਤਾਂ ਸਾਰੇ ਇੱਕ ਜ਼ਬਾਨ ਹੋ ਕੇ ਸਤਿਗੁਰ ਜੀ ਦੀ ਬਹਾਦਰੀ ਦੀ ਸ਼ਲਾਘਾ ਕਰਦੇ। ਇੱਥੋਂ ਤੱਕ ਆਪਸ ਵਿੱਚ ਇੱਕ ਦੂਜੇ ਨੂੰ ਕਹਿੰਦੇ ਕਿ ਗੁਰੂ ਜੀ ਦਾ ਆਪ ਲੜਨਾ ਤਾਂ ਕਿਤੇ ਰਿਹਾ, ਜੋ ਉਹਨਾਂ ਦਾ ਨਾਮ ਵੀ ਯੁੱਧ ਵਿੱਚ ਲੈ ਲਵੇ ਤਾਂ ਉਸ ਦੀ ਫਤਿਹ ਹੁੰਦੀ ਹੈ। ਉਹਨਾਂ ਦੇ ਆਪਣੇ ਅੱਗੇ ਕੋਈ ਯੋਧਾ ਨਹੀਂ ਠਹਿਰ ਸਕਦਾ, ਜਿੱਤ ਦੀ ਦੇਵੀ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਇਤਿਆਦਿਕ ਉਹ ਬਹੁਤ ਤੋਂ ਬਹੁਤੇ ਵੈਰੀਆਂ ਦੀ ਪਰਵਾਹ ਨਹੀਂ ਕਰਦੇ। ਜਦ ਸਤਿਗੁਰ ਜੀ ਨੂੰ ਪਤਾ ਲੱਗਾ ਕਿ ਭੀਮ ਚੰਦ ਨੇ ਰਾਜੇ ਕਿਰਪਾਲ ਚੰਦ ਨਾਲ ਸੁਲ੍ਹਾ ਕਰ ਲਈ ਹੈ ਤਾਂ ਆਪ ਜੀ ਨੇ ਫਰਮਾਇਆ, ਇਹਨਾਂ ਪਹਾੜੀਆਂ ਪੱਥਰ ਪੂਜਾ ਕਰਨ ਵਾਲਿਆਂ ਦੀ ਬੁੱਧੀ ਵੀ ਪੱਥਰ ਵਾਂਗ ਕਠੋਰ ਹੈ। ਪੱਥਰ ਭਾਵੇਂ ਕਿੰਨਾ ਚਿਰ ਪਾਣੀ ਵਿੱਚ ਰੱਖੀਏ ਉਹ ਕਠੋਰ ਹੀ ਰਹਿੰਦਾ ਹੈ। ਇਹ ਮਨਮੁਖ ਪਹਾੜੀਏ ਵੈਸੇ ਹੀ ਕਠੋਰ ਬੁੱਧੀ ਵਾਲੇ ਮਤਲਬੀ ਹਨ। ਮਤਲਬ ਤੋਂ ਬਿਨਾਂ ਇਹ ਕਿਸੇ ਦੇ ਮਿੱਤਰ ਨਹੀਂ ਹਨ। ਇਸ ਤਰ੍ਹਾਂ ਸਤਿਗੁਰ ਜੀ ਵਾਰਤਾਲਾਪ ਕਰਦੇ ਆਨੰਦਪੁਰ ਚਲੇ ਆ ਰਹੇ ਸਨ ਕਿ ਰਾਸਤੇ ਵਿੱਚ ਇੱਕ ਪਿੰਡ ਆਲਸੂਨ ਨਾਮ ਦਾ ਆਇਆ। ਜਦ ਉਹਨਾਂ ਨੇ ਗੁਰੂ ਜੀ ਦੇ ਧੌਂਸੇ ਦੀ ਗੂੰਜ ਸੁਣੀ ਤਾਂ ਉਹ ਵੇਖਣ ਵਾਸਤੇ ਪਿੰਡ ਤੋਂ ਬਾਹਰ ਨਿਕਲ ਆਏ। ਸਤਿਗੁਰ ਜੀ ਨੂੰ ਨਾ ਉਹਨਾਂ ਨੇ ਨਮਸਕਾਰ ਕੀਤੀ ਅਤੇ ਨਾ ਹੀ ਕੋਈ ਭੇਟਾ ਅਰਪਣ ਕੀਤੀ, ਸਗੋਂ ਉੱਚੇ ਥਾਂ ਤੇ ਖੜੇ ਹੋ ਕੇ ਹੱਸਦੇ ਰਹੇ। ਉਹਨਾਂ ਦੀ ਇਹ ਕੁਮਤੀ ਵੇਖ ਕੇ ਸਤਿਗੁਰ ਜੀ ਨੇ ਦੀਵਾਨ ਚੰਦ ਨੰਦ ਚੰਦ ਨੂੰ ਹੁਕਮ ਦਿੱਤਾ ਕਿ ਇਸ ਪਿੰਡ ਨੂੰ ਲੁੱਟ ਲਵੋ ਅਤੇ ਜੇ ਕੋਈ ਅੜੇ ਤਾਂ ਉਸ ਨੂੰ ਮਾਰ ਦਿਓ। ਬਸ ਹੁਕਮ ਦੀ ਦੇਰ ਸੀ। ਸਭ ਯੋਧਿਆਂ ਨੇ ਪਿੰਡ ਵਿੱਚ ਵੜ ਕੇ ਪਿੰਡ ਦਾ ਮਾਲ, ਡੰਗਰ, ਨਕਦੀ ਤੇ ਅਨਾਜ ਆਦਿਕ ਸਭ ਲੁੱਟ ਲਿਆ। ਜੋ ਵੀ ਅੜਿਆ ਉਸ ਨੂੰ ਪਾਰ ਬੁਲਾਇਆ ਤੇ ਜਿਸ ਨੇ ਮਾਫੀ ਮੰਗ ਲਈ ਉਸ ਨੂੰ ਛੱਡ ਦਿੱਤਾ। ਇਉਂ ਸਤਿਗੁਰ ਜੀ ਆਪਣੇ ਯੋਧਿਆਂ ਨੂੰ ਆਨੰਦ ਪ੍ਰਸੰਨ ਲੈ ਕੇ ਆਨੰਦਪੁਰ ਵਿੱਚ ਵਾਪਸ ਆ ਗਏ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।